हाँ जी। हैलो स्टूडेंट्स, एक बार फिर तो तुहाडा स्वागत है शिक्षा एफएम दे ऑनलाइन प्लेटफॉर्म ते। ਅੱਜ ਆਪਾਂ ਜੋ ਤੁਸੀਂ ਜਾਣਦੇ ਹੋ ਕਿ ਪਿਛਲੇ 4 ਦਿਨਾਂ ਤੋਂ ਆਪਣੇ ਪੀਐਸਟੈਟ ਦੇ ਡੈਮੋ ਚੱਲ ਰਹੇ ਨੇ। 2 ਦਿਨ ਆਪਾਂ ਗੱਲ ਕੀਤੀ ਸੀਗੀ ਸੰਵਿਧਾਨ ਦੇ ਇਤਿਹਾਸ ਬਾਰੇ ਤੇ ਕੱਲ ਦੀ ਆਪਣੀ ਜਿਹੜੀ ਕਲਾਸ ਸੀਗੀ ਉਹ ਸੀਗਾ ਹਿਸਟਰੀ ਦੇ ਵਿੱਚ ਆਪਾਂ ਸਿੰਧੂ ਘਾਟੀ ਸਭਿਅਤਾ ਦੇ ਬਾਰੇ ਗੱਲ ਕੀਤੀ ਸੀ ਤੇ ਅੱਜ ਆਪਾਂ ਗੱਲ ਕਰਾਂਗੇ ਜੋ ਆਪਾਂ ਸੰਵਿਧਾਨ ਦੇ ਪਹਿਲਾਂ 2 ਦਿਨ ਡੈਮੋ ਲਗਾਇਆ ਸੀਗਾ ਉਹਨਾਂ ਦੇ ਰਿਲੇਟਡ MCQ ਆ ਉਹਦੇ ਤੇ ਗੱਲ ਕਰਾਂਗੇ ਤੇ ਫਿਰ ਆਪਣੀ ਆਉਣ ਵਾਲੀ ਕਲਾਸ ਰਹੂਗੀ ਹਿਸਟਰੀ ਦੀ ਡੈਮੋ। ਹਾਂਜੀ, ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਜੁਆਇਨ ਕਰ ਲਓ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ। ਇਹ ਅੱਜ ਦੀ ਆਪਣੀ ਕਲਾਸ ਦਾ ਪਹਿਲਾ ਕੁਐਸਚਨ। ਆਪਾਂ ਗੱਲ ਕੀਤੀ ਸੀਗੀ ਕਿ 1773 ਦੇ ਵਿੱਚ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਦਾ ਪ੍ਰਾਵਧਾਨ ਕੀਤਾ ਸੀ ਤੇ 1774 ਦੇ ਵਿੱਚ ਇਹਦੀ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀ ਕਲਕੱਤਾ ਦੇ ਵਿੱਚ 1773 ਦੇ ਰੈਗੂਲੇਟਿੰਗ ਐਕਟ ਦੇ ਰਾਹੀਂ। ਤਾਂ ਇਹਦੇ ਵਿੱਚ ਕੁਐਸਚਨ ਕੀ ਹੈ ਕਿ ਕਲਕੱਤਾ ਵਿੱਚ ਸਥਾਪਿਤ ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਸਨ? ਹਾਂਜੀ, ਅਲੀਜ਼ਾ ਇੰਪੇ, ਸਟੀਫਨ ਕੈਨਿੰਗ, ਜੌਨ ਹਾਈਡ। ਤਾਂ ਇਹਦੇ ਵਿੱਚੋਂ ਕੌਣ ਸਨ? ਅਲੀਜ਼ਾ ਐਮਪੇ ਕਲਕੱਤਾ ਸੁਪਰੀਮ ਕੋਰਟ ਦੇ ਪਹਿਲੇ ਜੱਜ ਸਨ। ਇਹ ਕੁਐਸਚਨ ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਕਿ ਕਲਕੱਤਾ ਦੇ ਵਿੱਚ ਜੋ ਪਹਿਲੀ ਵਾਰ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੀ ਤਾਂ ਇਹਦੇ ਪਹਿਲੇ ਮੁੱਖ ਜੱਜ ਕੌਣ ਸਨ? ਅਲੀਜ਼ਾ ਐਮਪੇ। ਠੀਕ ਹੈ ਜੀ, ਆਪਾਂ ਅੱਗੇ ਵਧਦੇ ਹਾਂ ਦੂਸਰੇ ਕੁਐਸਚਨ ਦੀ ਤਰਫ। ਇਹਦੇ ਵਿੱਚੋਂ ਜਿਹੜਾ ਆਪਸ਼ਨ ਕੈਨਿੰਗ ਹੈ ਇਹ ਕੌਣ ਸਨ? ਭਾਰਤ ਦੇ ਪਹਿਲੇ ਗਵਰਨਰ ਜਨਰਲ ਤੇ ਵਾਇਸਰਾਏ। ਇਹ ਕੀ ਸੀਗੇ? 1857 ਦੇ ਵਿਦਰੋਹ ਦੌਰਾਨ ਭਾਰਤ ਦੇ ਅੰਤਿਮ ਗਵਰਨਰ ਜਨਰਲ ਸੀਗੇ ਜਿਹੜੇ ਕਿ ਜਦੋਂ 1858 ਵਿੱਚ ਬ੍ਰਿਟਿਸ਼ ਸੰਸਦ ਦੇ ਅਧੀਨ ਭਾਰਤ ਦਾ ਸ਼ਾਸਨ ਚਲਾ ਗਿਆ ਸੀਗਾ ਤਾਂ ਉਦੋਂ ਗਵਰਨਰ ਜਨਰਲ ਦੇ ਨਾਮ ਦੇ ਨਾਲ ਇੱਕ ਨਵਾਂ ਨਾਮ ਜੋੜ ਦਿੱਤਾ ਗਿਆ ਸੀ ਵਾਇਸਰਾਏ। ਤਾਂ ਲਾਰਡ ਕੈਨਿੰਗ ਭਾਰਤ ਦੇ ਪਹਿਲੇ ਗਵਰਨਰ ਜਨਰਲ ਵਾਇਸਰਾਏ ਸਨ। ਹਾਂਜੀ, ਇਹ ਆਪਣਾ शिक्षा FM ਦਾ ਐਪ ਹੈ ਜਿੱਥੇ ਪੇਡ ਕੋਰਸ ਚੱਲ ਰਹੇ ਨੇ। ਇਹਨਾਂ ਨੂੰ ਤੁਸੀਂ ਡਾਊਨਲੋਡ ਕਰ ਲਓ ਜਿਹਦੇ ਤੇ ਆਪਣੇ ETT ਕੈਡਰ ਦੇ ਉਸ ਤੋਂ ਇਲਾਵਾ ਪੀਐਸਟੈਟ ਪੇਪਰ 1 ਤੇ ਪੀਐਸਟੈਟ ਪੇਪਰ 2 ਪੈਡ ਬੈਚ ਪੰਜਾਬੀ ਮਾਸਟਰ ਕੈਡਰ SST ਮਾਸਟਰ ਕੈਡਰ ਤੇ ਇਸ ਤੋਂ ਇਲਾਵਾ ਲਾਇਬ੍ਰੇਰੀਅਨ ਤੇ PTI 2000 ਜਿਨ੍ਹਾਂ ਦੇ ਪੈਡ ਬੈਚ ਚੱਲ ਰਹੇ ਨੇ ਤੇ ਇਹ ਤੁਸੀਂ ਆਪਣੇ ਐਪ ਨੂੰ ਡਾਊਨਲੋਡ ਕਰ ਲਓ। ਹਾਂਜੀ, ਸੈਕਿੰਡ ਕੁਐਸਚਨ, ਰਾਸ਼ਟਰੀ ਗਾਨ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ ਸੀਗਾ? ਇਹ ਕੀ ਆ? ਰਾਸ਼ਟਰੀ ਗਾਨ। ਰਾਸ਼ਟਰੀ ਗਾਨ ਕਿਹੜਾ? ਆਪਣਾ ਜਨ ਗਣ ਮਨ। ਇਹ ਸਭ ਤੋਂ ਪਹਿਲਾਂ ਪੁੱਛਿਆ ਗਿਆ ਵੀ ਕਦੋਂ ਗਾਇਆ ਗਿਆ ਸੀਗਾ ਤਾਂ ਇਹ ਗਾਇਆ ਗਿਆ ਸੀਗਾ ਜੀ ਸਭ ਤੋਂ ਪਹਿਲਾਂ 27 ਦਸੰਬਰ 1911 ਨੂੰ। ਤੇ ਇਹਨੂੰ ਰਾਸ਼ਟਰੀ ਗਾਨ ਦੇ ਵਜੋਂ ਕਦੋਂ ਅਪਣਾਇਆ ਗਿਆ ਸੀਗਾ? 26 ਜਨਵਰੀ 1950 ਨੂੰ। ਤੇ 26 ਜਨਵਰੀ 1950 ਨੂੰ ਆਪਣੇ ਦੇਸ਼ ਦਾ ਕੀ ਹੋਇਆ ਸੀਗਾ? ਸੰਵਿਧਾਨ ਲਾਗੂ ਹੋਇਆ ਸੀਗਾ। ਤੇ 28 ਦਸੰਬਰ 1885 ਵਾਲੀ ਜੋ ਆਪਸ਼ਨ ਹੈ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਕੀ ਹੋਈ ਸੀਗੀ? ਸਥਾਪਨਾ ਹੋਈ ਸੀਗੀ। ਠੀਕ ਹੈ ਜੀ, ਤੇ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਕਿ ਰਾਸ਼ਟਰੀ ਗਾਨ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ ਸੀਗਾ? ਇਹ ਕਿਹਨੇ ਲਿਖਿਆ ਸੀ? ਰਵਿੰਦਰਨਾਥ ਟੈਗੋਰ ਨੇ। ਤੇ ਰਾਸ਼ਟਰੀ ਗਾਨ ਨੂੰ ਗਾਉਣ ਦਾ ਸਮਾਂ ਕਿੰਨਾ ਹੁੰਦਾ? 52 ਸੈਕਿੰਡ ਦਾ ਸਮਾਂ ਹੁੰਦਾ। ਠੀਕ ਹੈ ਜੀ, ਹੁਣ ਆਪਾਂ ਅੱਗੇ ਵਧਦੇ ਹਾਂ ਨੈਕਸਟ ਕੁਐਸਚਨ ਦੀ ਤਰਫ। ਤੇ ਆਪਣੇ ਪੀਐਸਟੈਟ 1 ਤੇ ਪੀਐਸਟੈਟ 2 ਦਾ ਜੋ ਟਾਈਮਿੰਗ ਆ ਉਹ ਇਵਨਿੰਗ ਆ। ਬੈਚ ਸ਼ੁਰੂ ਹੋਣ ਜਾ ਰਿਹਾ 6 ਨਵੰਬਰ ਤੋਂ ਪੀਐਸਟੈਟ 1 ਤੇ ਪੀਐਸਟੈਟ 2। ਹਾਂਜੀ, ਰਾਸ਼ਟਰੀ ਗੀਤ ਬੰਦੇ ਮਾਤਰਮ ਪਹਿਲੀ ਵਾਰ ਕਦੋਂ ਗਾਇਆ ਗਿਆ ਸੀਗਾ? ਪਹਿਲਾਂ ਆਪਾਂ ਗੱਲ ਕੀਤੀ ਸੀ ਰਾਸ਼ਟਰੀ ਗਾਨ ਦੀ ਕਿ ਰਾਸ਼ਟਰੀ ਗਾਨ ਪਹਿਲੀ ਵਾਰ ਕਦੋਂ ਗਾਇਆ ਗਿਆ ਸੀਗਾ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਰਾਸ਼ਟਰੀ ਗੀਤ ਬੰਦੇ ਮਾਤਰਮ ਪਹਿਲੀ ਵਾਰ ਕਦੋਂ ਗਾਇਆ ਗਿਆ ਸੀਗਾ ਤਾਂ ਇਹ ਗਾਇਆ ਗਿਆ ਸੀਗਾ 1896 ਦੇ ਵਿੱਚ। ਤੇ 1895 ਦੇ ਵਿੱਚ ਬਾਲ ਗੰਗਾਧਰ ਤਿਲਕ ਨੇ ਪਹਿਲੀ ਵਾਰ ਜਨਮ
स्वराज मेरा जन्म सिद्ध अधिकार है, इसे तो मैं पाकर रहूंगा, एक ही स्लोगन नारा दिता सीगा। उस तो बाद 1896 ਦੇ ਵਿੱਚ ਬੰਕਮ ਚੰਦਰ ਚੈਟਰਜੀ ਦੇ ਦੁਆਰਾ ਵੰਦੇ ਮਾਤਰਮ ਗੀਤ ਜੋ ਲਿਖਿਆ ਗਿਆ ਸੀਗਾ ਉਹ ਸਭ ਤੋਂ ਪਹਿਲਾਂ 1896 ਦੇ ਵਿੱਚ ਗਾਇਆ ਗਿਆ ਸੀਗਾ। ਹਾਂਜੀ, ਨੈਕਸਟ ਕੁਐਸਚਨ ਹੈ ਰਾਸ਼ਟਰੀ ਝੰਡੇ ਨੂੰ ਸੰਵਿਧਾਨ ਸਭਾ ਦੁਆਰਾ ਕਦੋਂ ਅਪਣਾਇਆ ਗਿਆ ਸੀਗਾ? ਰਾਸ਼ਟਰੀ ਝੰਡੇ ਨੂੰ ਸੰਵਿਧਾਨ ਸਭਾ ਦੇ ਦੁਆਰਾ ਕਦੋਂ ਅਪਣਾਇਆ ਗਿਆ ਸੀਗਾ? ਤਾਂ 22 ਜੁਲਾਈ 1947 ਨੂੰ ਰਾਸ਼ਟਰੀ ਝੰਡੇ ਦਾ ਜੋ ਡਿਜ਼ਾਈਨ ਤਿਆਰ ਕੀਤਾ ਸੀਗਾ ਉਹ ਪਿੰਗਲੀ ਵੰਕਈਆ ਜੀ ਨੇ ਕੀਤਾ ਸੀਗਾ। ਤੇ ਆਪਾਂ ਜਾਣਦੇ ਹਾਂ ਕਿ ਇਹਨੂੰ ਸੰਵਿਧਾਨ ਸਭਾ ਦੇ ਦੁਆਰਾ ਕਦੋਂ ਅਪਣਾਇਆ ਗਿਆ ਸੀ? 22 ਜੁਲਾਈ 1947 ਨੂੰ। ਆਪਾਂ ਰਾਸ਼ਟਰੀ ਗੀਤ ਦੇ ਬਾਰੇ ਗੱਲ ਕੀਤੀ, ਰਾਸ਼ਟਰੀ ਗਾਨ ਦੇ ਬਾਰੇ ਗੱਲ ਕੀਤੀ, ਹੁਣ ਮੈਂ ਤੁਹਾਨੂੰ ਰਾਸ਼ਟਰੀ ਝੰਡੇ ਬਾਰੇ ਵੀ ਦੱਸਤਾ। ਤੇ ਜੋ ਆਪਣਾ ਇੱਕ ਰਾਸ਼ਟਰੀ ਚਿੰਨ੍ਹ ਸੀਗਾ ਅਸ਼ੋਕ ਚੱਕਰ ਜੋ ਸਾਰਨਾਥ ਤੋਂ ਲਿਆ ਗਿਆ ਸੀ, ਜਿਹਦੇ ਵਿੱਚ 24 ਤਿੱਲੀਆਂ ਨੇ, ਤੇ ਜੋ 24 ਘੰਟਿਆਂ ਦਾ ਪ੍ਰਤੀਕ ਹੈ, ਉਹਨੂੰ 26 ਜਨਵਰੀ 1950 ਨੂੰ ਅਪਣਾਇਆ ਗਿਆ ਸੀਗਾ। ਠੀਕ ਹੈ ਜੀ। ਇਹਦੇ ਵਿੱਚ ਜੋ 26 ਨਵੰਬਰ 1949 ਹੈ, ਇਸ ਦਿਨ ਆਪਣੇ ਦੇਸ਼ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ 2 ਸਤੰਬਰ 1946 ਨੂੰ ਅੰਤਰਿਮ ਸਰਕਾਰ ਦਾ ਗਠਨ ਹੋਇਆ ਸੀਗਾ। ਤੇ ਇਹਦੇ ਵਿੱਚ ਅਗਰ 22 ਜਨਵਰੀ 1947 ਦੀ ਗੱਲ ਕਰੀਏ ਤਾਂ 22 ਜਨਵਰੀ 1947 ਨੂੰ ਜੋ 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਦੀ ਤੀਜੀ ਬੈਠਕ ਦੇ ਵਿੱਚ ਉਦੇਸ਼ ਪ੍ਰਸਤਾਵ, ਜਿਸ ਨੂੰ ਅੱਜ ਆਪਾਂ ਪ੍ਰਸਤਾਵਨਾ ਦੇ ਨਾਮ ਨਾਲ ਜਾਣਦੇ ਹਾਂ, ਜਿੱਥੇ ਆਪਣੇ ਸੰਵਿਧਾਨ ਦੇ ਉਦੇਸ਼ਾਂ ਦਾ ਉਲੇਖ ਕੀਤਾ ਗਿਆ, ਉਹ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀਗਾ, ਜਿਹਨੂੰ 22 ਜਨਵਰੀ 1947 ਨੂੰ ਕੀ ਕੀਤਾ ਗਿਆ ਸੀਗਾ? ਸਵੀਕਾਰ ਕੀਤਾ ਗਿਆ ਸੀਗਾ। ਹਾਂਜੀ, ਜੋ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣਾ ਨਾਮ, ਮੋਬਾਈਲ ਨੰਬਰ, ਐਗਜ਼ਾਮ, ਸਿਟੀ ਲਿਖ ਕੇ ਇਸ WhatsApp ਨੰਬਰ ਤੇ WhatsApp ਕਰ ਦਿਓ ਤਾਂ ਜੋ ਤੁਹਾਨੂੰ ਫ੍ਰੀ PDF ਪ੍ਰੋਵਾਈਡ ਕਰਵਾਈਆਂ ਜਾ ਸਕਣ। ਹਾਂਜੀ, ਇਹ ਆਪਣੇ ਆਨਲਾਈਨ ਜੋ ਕੋਰਸ ਚੱਲ ਰਹੇ ਨੇ PTI 2000, PSTET 1 ਤੇ PSTET 2, ਮਾਸਟਰ ਕੈਡਰ, ਉਸ ਤੋਂ ਬਾਅਦ ਲਾਇਬ੍ਰੇਰੀਅਨ, ਰੀਸਟੋਰਰ, ਇਹ ਜਿਹੜੇ ਤੁਸੀਂ ਸਿੱਖਿਆ FM ਜੋ ਆਪਣਾ ਕੀ ਹੈ ਐਪ ਹੈ, ਜਿਹਦੇ ਤੇ ਤੁਸੀਂ ਇਹ ਕੋਰਸ ਪਰਚੇਜ ਕਰ ਸਕਦੇ ਹੋ। ਹਾਂਜੀ, ਪ੍ਰਸਤਾਵਨਾ ਇੰਗਲਿਸ਼ ਦੇ ਵਿੱਚ ਪ੍ਰੀਐਮਬਲ। ਪ੍ਰਸਤਾਵਨਾ ਉਦੇਸ਼ਿਕਾ ਦੇ ਵਿੱਚ ਭਾਰਤ ਸ਼ਬਦ ਦਾ ਉਲੇਖ ਕਿੰਨੀ ਵਾਰ ਕੀਤਾ ਗਿਆ ਹੈ? ਬਹੁਤ ਜ਼ਬਰਦਸਤ ਕੁਐਸਚਨ ਆ ਕਿ ਜਿਵੇਂ ਮੈਂ ਹਿੰਦੀ ਦੇ ਵਿੱਚ ਗੱਲ ਕਰਾਂ ਕਿ ਹਮ ਭਾਰਤ ਕੇ ਲੋਗ ਭਾਰਤ ਕੋ, ਜੇ ਪੰਜਾਬੀ ਦੇ ਵਿੱਚ ਪੜ੍ਹੀਏ ਅਸੀਂ ਤਾਂ ਕਿਵੇਂ? ਅਸੀਂ ਭਾਰਤ ਦੇ ਲੋਕ ਭਾਰਤ ਨੂੰ, ਤਾਂ ਕਿੰਨੀ ਵਾਰ ਭਾਰਤ ਸ਼ਬਦ ਦਾ ਪ੍ਰਯੋਗ ਹੋਇਆ, ਭਾਰਤ ਸ਼ਬਦ ਦਾ ਉਲੇਖ ਆਇਆ? ਤਾਂ 2 ਵਾਰ। ਕਿੰਨੀ ਵਾਰ? 2 ਵਾਰ। ਨੈਕਸਟ ਕੁਐਸਚਨ, ਪ੍ਰਸਤਾਵਨਾ ਵਿੱਚ ਨਿਆਂ ਸ਼ਬਦ ਦਾ ਉਲੇਖ ਕਿੰਨੀ ਵਾਰ ਹੈ? ਦੇਖੋ ਜੀ, ਪ੍ਰਸਤਾਵਨਾ ਦੇ ਵਿੱਚ ਗੱਲ ਕਰੀਏ ਕਿ ਇਹਨਾਂ ਸਾਰੇ ਸ਼ਬਦਾਂ ਦੇ ਬਾਰੇ ਪੁੱਛਿਆ ਜਾਂਦਾ। ਆਪਾਂ ਪੜ੍ਹਦੇ ਹਾਂ 3 ਤਰ੍ਹਾਂ ਦੇ ਨਿਆਂ ਦੀ ਗੱਲ ਕੀਤੀ ਗਈ ਹੈ। ਕਿਹੜਾ ਕਿਹੜਾ? ਸਮਾਜਿਕ, ਆਰਥਿਕ ਤੇ ਰਾਜਨੀਤਿਕ। ਇਹ ਤਿੰਨਾਂ ਨੂੰ ਤੁਸੀਂ ਸੀਕੁਐਂਸ ਦੇ ਵਿੱਚ ਯਾਦ ਰੱਖਣਾ। ਬਹੁਤ ਵਾਰ ਪੁੱਛਿਆ ਜਾਂਦਾ ਹੈ, ਇਹਨਾਂ ਨੂੰ ਇੱਕ ਸੀਕੁਐਂਸ ਦੇ ਵਿੱਚ ਸੈੱਟ ਕਰਨਾ ਹੁੰਦਾ। ਇੱਕ ਬਹੁਤ ਵਧੀਆ ਲੈਵਲ ਦੇ ਐਗਜ਼ਾਮ ਦੇ ਵਿੱਚ ਤੁਹਾਨੂੰ ਪਹਿਲਾਂ ਦੇ ਦਿੱਤਾ ਜਾਊਗਾ ਰਾਜਨੀਤਿਕ, ਆਰਥਿਕ, ਸਮਾਜਿਕ, ਰਾਜਨੀਤਿਕ, ਆਰਥਿਕ, ਸਮਾਜਿਕ, ਰਾਜਨੀਤਿਕ, ਇਸ ਤਰ੍ਹਾਂ ਆਪਸ਼ਨਾਂ ਪਾਈਆਂ ਹੋਣਗੀਆਂ। ਇਹਨਾਂ ਦਾ ਸਹੀ ਸੀਕੁਐਂਸ ਕੀ ਹੈ? ਸਮਾਜਿਕ, ਆਰਥਿਕ ਤੇ ਰਾਜਨੀਤਿਕ। ਕਿੰਨੇ ਤਰ੍ਹਾਂ ਦੇ ਨਿਆਂ ਦਾ ਉਲੇਖ ਕੀਤਾ ਗਿਆ ਪ੍ਰਸਤਾਵਨਾ ਵਿੱਚ? ਤਾਂ 3 ਤਰ੍ਹਾਂ ਦੇ ਨਿਆਂ ਦਾ ਉਲੇਖ ਕੀਤਾ ਗਿਆ। ਇਸ ਤੋਂ ਇਲਾਵਾ ਜੇ ਪੁੱਛਣ ਕਿ ਭਾਰਤ ਦੇ ਸੰਵਿਧਾਨ ਵਿੱਚ ਹੋਰ ਨਿਆਂ ਸ਼ਬਦ ਦਾ ਉਲੇਖ ਕਿੱਥੇ ਆ, ਤਾਂ ਨੀਤੀ ਨਿਰਦੇਸ਼ਕ ਤੱਤ, ਜਿਹਦੇ ਵਿੱਚ ਆਰਟੀਕਲ ਆਪਾਂ 38 ਦੇਖੀਏ ਤਾਂ ਉਹਦੇ ਵਿੱਚ ਵੀ ਨਿਆਂ ਸ਼ਬਦ ਦਾ ਉਲੇਖ ਮਿਲਦਾ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪ੍ਰਸਤਾਵਨਾ ਦੇ ਵਿੱਚ 5 ਤਰ੍ਹਾਂ ਦੀਆਂ ਸੁਤੰਤਰਤਾਵਾਂ ਦਾ ਉਲੇਖ ਹੈ। ਜੇ ਕੁਐਸਚਨ ਪੁੱਛਿਆ ਜਾਵੇ ਵੀ ਪ੍ਰਸਤਾਵਨਾ ਤੋਂ ਇਲਾਵਾ ਸੰਵਿਧਾਨ ਦੇ ਵਿੱਚ ਕਿੱਥੇ ਸੁਤੰਤਰਤਾਵਾਂ ਦਾ ਉਲੇਖ ਕੀਤਾ ਗਿਆ ਹੈ, ਤਾਂ ਉਹ ਆਪਣੇ ਸੰਵਿਧਾਨ ਦੇ ਆਰਟੀਕਲ 19 ਦੇ ਵਿੱਚ ਜੋ ਪਹਿਲਾਂ 87 ਤੇ ਅੱਜ ਵਰਤਮਾਨ ਦੇ ਵਿੱਚ 6 ਤਰ੍ਹਾਂ ਦੀਆਂ ਸੁਤੰਤਰਤਾਵਾਂ ਦਾ ਉਲੇਖ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਡੀਅਰ ਕੁਐਸਚਨ ਬਣਦੇ ਆ। ਜਿਵੇਂ ਜਿਵੇਂ ਆਪਾਂ ਅੱਗੇ ਪੜਾਂਗੇ
ਤਾਂ ਤੁਹਾਨੂੰ ਦੱਸੂਗਾ ਕਿ ਐਗਜ਼ਾਮੀਨਰ ਇੱਕ ਸਟੂਡੈਂਟ ਦੇ ਮਾਈਂਡ ਨਾਲ ਕਿਸ ਤਰ੍ਹਾਂ ਖੇਡਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਆਪਾਂ। ਹਾਂਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਭਾਸ਼ਾ, ਜਿਹੜੀ ਪ੍ਰਸਤਾਵਨਾ ਦੀ ਭਾਸ਼ਾ ਹੈ, ਲੈਂਗੁਏਜ ਹੈ, ਇਹ ਕਿਸ ਦੇਸ਼ ਤੋਂ ਲਈ ਗਈ ਹੈ? ਪ੍ਰੀਐਮਬਲ ਦੀ ਜੋ ਲੈਂਗੁਏਜ ਹੈ ਇਹ ਕਿਸ ਦੇਸ਼ ਤੋਂ ਲਈ ਗਈ ਹੈ? ਇਹ ਲਈ ਗਈ ਹੈ ਆਸਟ੍ਰੇਲੀਆ ਤੋਂ। ਪ੍ਰਸਤਾਵਨਾ ਨੂੰ ਆਪਾਂ ਕਿੱਥੋਂ ਗ੍ਰਹਿਣ ਕੀਤਾ? ਅਮਰੀਕਾ ਤੋਂ। ਜੋ ਆਪਾਂ ਨਿਆਂ ਦੀ ਗੱਲ ਕਰਦੇ ਹੋ ਉਹ ਕਿੱਥੋਂ ਹੈ? ਰੂਸ ਤੋਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਕਿ ਜੋ ਪ੍ਰਸਤਾਵਨਾ ਦੀ ਭਾਸ਼ਾ ਹੈ ਇਹ ਕਿੱਥੋਂ ਗ੍ਰਹਿਣ ਕੀਤੀ ਗਈ ਸੀਗੀ? ਇਹ ਕੀਤੀ ਗਈ ਸੀਗੀ ਆਪਣੇ ਆਸਟ੍ਰੇਲੀਆ ਤੋਂ। ਹਾਂਜੀ, ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਅਧਿਕਸ਼ ਕੌਣ ਸੀਗਾ? ਉਸ ਦਿਨ ਦੇ ਲਈ ਥੋੜਾ ਜਿਹਾ ਸੌਰੀ ਕਿ ਮੈਂ ਸਤਿੰਦਰਨਾਥ ਬੈਨਰਜੀ ਬੋਲ ਗਿਆ ਸੀਗਾ। ਮੈਨੂੰ ਬਾਅਦ 'ਚ ਬੜਾ ਫੀਲ ਹੋਇਆ ਜਦੋਂ ਮੈਂ ਆਪਣੀ ਕਲਾਸ ਦੇਖੀ, ਤਾਂ ਉਹਦੇ ਲਈ ਸੌਰੀ ਕਿ ਉਹ ਤੁਹਾਡਾ ਹੀ ਗਲਤ ਨਹੀਂ ਹੈ ਕਿ ਮੇਰਾ ਵੀ ਉਹ ਗਲਤ ਹੋ ਗਿਆ ਸੀਗਾ। ਉਹ ਕਿੰਨੇ ਬੱਚਿਆਂ ਨੇ ਕਲਾਸ ਵੇਖੀ ਕਿ ਉਹਨਾਂ ਤੱਕ ਉਹ ਇੱਕ ਗਲਤ ਫੈਕਟ ਗਿਆ ਸੀਗਾ, ਉਹਦੇ ਲਈ ਦਿਲੋਂ ਸੌਰੀ। ਤੇ ਜੋ ਵੀ ਆਪਣਾ ਮਨ ਚ ਆ, ਜਿਹਦੇ ਤੇ ਆਪਾਂ ਜੋ ਵੀ ਚੀਜ਼ ਡਿਸਕਸ ਕਰਾਂਗੇ ਉਹ ਜੋ ਆਪਾਂ ਕਰਾਂਗੇ ਬਿਲਕੁਲ ਰਾਈਟ ਤੇ ਐਨਸੀਆਰਟੀ ਬੇਸਡ ਕਰਾਂਗੇ ਕਿ ਜਿਹਦੇ ਵਿੱਚ ਕੋਈ ਵੀ ਤੱਥ ਅਗਰ ਗਲਤ ਬੋਲਿਆ ਜਾਂਦਾ ਜਾਂ ਬਾਈ ਮਿਸਟੇਕ ਹੋ ਜਾਂਦਾ ਤੇ ਉਹਦੇ ਲਈ ਸੌਰੀ। ਠੀਕ ਹੈ ਜੀ, ਹੁਣ ਇਹਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਅਧਿਕਸ਼ ਕੌਣ ਸੀਗਾ? ਤਾਂ ਵਿਮੋਚ ਚੰਦਰ ਬੈਨਰਜੀ ਕੀ ਸੀਗੇ ਭਾਰਤੀ ਰਾਸ਼ਟਰੀ ਕਾਂਗਰਸ ਦੇ 1885 ਦੇ ਵਿੱਚ ਪਹਿਲੇ ਅਧਿਕਸ਼ ਬਣੇ ਸਨ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਾਰਜ ਜੁੱਲੇ। ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਅੰਗਰੇਜ਼ ਅਧਿਕਸ਼ ਸਨ। ਕਦੋਂ? 1888 ਚ। ਠੀਕ ਹੈ ਜੀ, ਤੇ ਆ ਕਦੋਂ ਬਣੇ ਸੀ? 1885 ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਐਨੀ ਬੈਸੈਂਟ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਅਧਿਕਸ਼ ਸੀਗੀ। 1917 ਦੇ ਵਿੱਚ ਐਨੀ ਬੈਸੈਂਟ ਭਾਰਤੀ ਰਾਸ਼ਟਰੀ ਕਾਂਗਰਸ ਦੀ ਕੀ ਬਣੇ ਸੀਗੇ? ਅਧਿਕਸ਼ ਬਣੇ ਸੀ। ਉਸ ਤੋਂ ਬਾਅਦ ਆਪਾਂ ਬਦਰੁਦੀਨ ਤੇਜਵੀ, ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਮੁਸਲਿਮ ਅਧਿਕਸ਼ ਸਨ। ਕਦੋਂ ਬਣੇ ਸਨ? ਇਹ ਬਣੇ ਸਨ ਆਪਣੇ 1887 ਦੇ ਵਿੱਚ। ਕਦੋਂ ਬਣੇ ਸੀਗੇ? 1887 ਦੇ ਵਿੱਚ। ਇਹ ਤੁਸੀਂ ਚਾਰੇ ਯਾਦ ਰੱਖਣਾ। ਇਹਨਾਂ ਤੋਂ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਪਹਿਲਾ ਅੰਗਰੇਜ਼ ਅਧਿਕਸ਼ ਕੌਣ ਸੀਗਾ, ਪਹਿਲੀ ਮਹਿਲਾ ਅਧਿਕਸ਼ ਕੌਣ ਸੀਗੀ, ਤੇ ਪਹਿਲਾ ਮੁਸਲਿਮ ਅਧਿਕਸ਼ ਕੌਣ ਸੀਗਾ। ਤੇ ਇਹਦੇ ਵਿੱਚ ਇੱਕ ਪੁੱਛਿਆ ਜਾਂਦਾ ਕਿ ਪਹਿਲਾ ਕਾਂਗਰਸ ਦਾ ਫਾਰਸੀ ਅਧਿਕਸ਼ ਕੌਣ ਸੀਗਾ? ਉਹ ਸੀ ਆਪਣੇ ਦਾਦਾ ਭਾਈ ਨਹਿਰੂ ਜੀ, ਜਿਹੜੇ ਕਿ 3 ਵਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਕਸ਼ ਬਣੇ ਸਨ। ਇਹ ਤੁਹਾਨੂੰ ਮੈਂ ਨਾਲ ਈਅਰ ਵੀ ਲਿਖਤਾ। ਇੱਕ ਚੀਜ਼ ਅਗਲੇ ਕੁਐਸਚਨ ਤੇ ਵੀ ਆ ਜੂਗੀ, ਤੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਥੋੜੀ ਡਿਸਕਸ ਕਰ ਲਾਂ ਕਿ ਪਹਿਲੀ ਬੈਠਕ ਦੇ ਵਿੱਚ 72 ਪ੍ਰਤੀਨਿਧੀ 72 ਮੈਂਬਰਾਂ ਨੇ ਭਾਗ ਲਿਆ ਸੀਗਾ। ਤੇ ਦੂਸਰੀ ਬੈਠਕ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਦੂਸਰੀ ਬੈਠਕ ਦੇ ਵਿੱਚ ਮੈਂਬਰਾਂ ਦੀ ਗਿਣਤੀ ਹੋ ਗਈ ਸੀਗੀ 434 ਤੇ ਤੀਸਰੀ ਬੈਠਕ ਦੇ ਵਿੱਚ ਇਹਨਾਂ ਦੀ ਗਿਣਤੀ ਹੋ ਗਈ ਸੀ 607। ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਚੌਥੀ ਬੈਠਕ ਦੇ ਵਿੱਚ 1248 ਸੀਗਾ। ਠੀਕ ਹੈ ਜੀ, ਜ਼ਿਆਦਾਤਰ ਪਹਿਲੀ ਬੈਠਕ ਦੇ ਮੈਂਬਰਾਂ ਦੀ ਗਿਣਤੀ ਪੁੱਛੀ ਜਾਂਦੀ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੀ ਜਿਹੜੀ ਪਹਿਲੀ ਮੀਟਿੰਗ, ਪਹਿਲੀ ਬੈਠਕ ਹੋਈ ਸੀ, ਉਹਦੇ ਵਿੱਚ ਕਿੰਨੇ ਮੈਂਬਰਾਂ ਨੇ ਭਾਗ ਲਿਆ ਸੀਗਾ? ਤਾਂ ਭਾਗ ਲਿਆ ਸੀਗਾ 72 ਮੈਂਬਰਾਂ ਨੇ। ਠੀਕ ਹੈ ਜੀ, ਵਧਦੇ ਹਾਂ ਆਪਣੇ ਅਗਲੇ ਕੁਐਸਚਨ ਦੇ ਵੱਲ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਅਧਿਵੇਸ਼ਨ ਕਿੱਥੇ ਹੋਇਆ ਸੀਗਾ? ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਅਧਿਵੇਸ਼ਨ ਕਿੱਥੇ ਹੋਇਆ ਸੀਗਾ? ਤਾਂ ਪਹਿਲਾ ਅਧਿਵੇਸ਼ਨ ਹੋਇਆ ਸੀਗਾ ਜੀ ਕਲਕੱਤਾ 'ਚ, ਸੌਰੀ ਮੁੰਬਈ 'ਚ। ਪਹਿਲਾ ਅਧਿਵੇਸ਼ਨ ਕਿੱਥੇ ਹੋਇਆ ਸੀ ਭਾਰਤੀ ਰਾਸ਼ਟਰੀ ਕਾਂਗਰਸ ਦਾ? ਮੁੰਬਈ ਦੇ ਵਿੱਚ। ਦੂਸਰਾ ਕਲਕੱਤਾ, ਤੀਸਰਾ ਮਦਰਾਸ, ਚੌਥਾ ਇਲਾਹਾਬਾਦ। ਹੁਣ ਇਹਦੇ ਵਿੱਚ ਆ ਸੀਕੁਐਂਸ ਆ, ਦੂਜਾ, ਤੀਜਾ ਤੇ ਚੌਥਾ। ਹੁਣ ਇਹਦੇ ਵਿੱਚ ਜਿਹੜੀ ਆਪਾਂ ਪਿੱਛੇ ਗੱਲ ਕੀਤੀ ਸੀਗੀ ਕਿ ਪਹਿਲੇ ਦੇ ਅਧਿਕਸ਼ ਕੌਣ ਸਨ? ਵਿਮੋਚ ਚੰਦਰ ਬੈਨਰਜੀ। ਠੀਕ ਹੈ ਜੀ, ਦੂਜੇ ਦੇ ਦਾਦਾ ਭਾਈ ਨਹਿਰੂ ਜੀ, ਜਿਹੜੇ ਕਿ ਪਹਿਲੇ ਫਾਰਸੀ ਅਧਿਕਸ਼ ਸਨ। ਉਸ ਤੋਂ ਬਾਅਦ ਤੀਜੇ ਦੇ ਵਿੱਚ ਮਦਰਾਸ ਦੇ ਵਿੱਚ ਕੌਣ ਸਨ? ਬਦਰੁਦੀਨ ਤੇਜਵੀ, ਜਿਹਦੇ ਵਿੱਚ ਆਪਾਂ ਹੁਣੇ ਗੱਲ ਕੀਤੀ ਸੀਗੀ ਕਿ 607 ਮੈਂਬਰਾਂ ਨੇ ਭਾਗ ਲਿਆ ਸੀ। ਦੂਜੇ ਦੇ ਵਿੱਚ ਕਿੰਨੇ ਸੀਗੇ? 407। ਤੇ ਪਹਿਲੇ ਦੇ ਵਿੱਚ ਕਿੰਨੇ ਮੈਂਬਰ ਸੀਗੇ? 72। ਤੇ ਤੀਜਾ ਜਿਹਦੇ ਵਿੱਚ ਪਹਿਲਾ ਅੰਗਰੇਜ਼
ਅਧਿਆਕਸ਼ ਬਣਿਆ ਸੀ, ਕੌਣ ਬਣਿਆ ਸੀਗਾ? ਜਾਰਜ ਜੁਲੇ। ਇਹਦੇ ਵਿੱਚ 1248 ਮੈਂਬਰਾਂ ਨੇ ਭਾਗ ਲਿਆ ਸੀਗਾ। ਇਹ ਤੁਸੀਂ ਯਾਦ ਰੱਖਣਾ ਵੀ ਪਹਿਲੇ ਦੇ ਵਿੱਚ ਮੋਮੋਸ ਚੰਦਰ ਬੈਨਰਜੀ, ਦੂਜੇ ਦੇ ਵਿੱਚ ਦਾਦਾ ਭਾਈ ਨਹਿਰੂ ਜੀ, ਤੀਜੇ ਦੇ ਵਿੱਚ ਪਹਿਲੇ ਮੁਸਲਿਮ ਬਦਰੁਦੀਨ ਤੇਜਵੀ, ਉਸ ਤੋਂ ਬਾਅਦ ਚੌਥਾ ਅਧਿਵੇਸ਼ਨ ਸੀਗਾ ਜਿਹੜਾ ਕਾਂਗਰਸ ਦਾ, ਉਹ ਇਲਾਹਾਬਾਦ ਦੇ ਵਿੱਚ ਹੋਇਆ ਸੀਗਾ। ਇਹ ਸੀਕੁਐਂਸ ਆ। ਅਗਰ ਤੁਹਾਨੂੰ ਈਅਰ ਪੁੱਛਣ ਤਾਂ ਇਹ ਦੱਸਣਾ, ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਆਪਣੇ ਪੁੱਛਣ ਵੀ ਸਥਾਨ ਕਿਹੜਾ ਸੀਗਾ ਤਾਂ ਮੁੰਬਈ, ਕਲਕੱਤਾ, ਮਦਰਾਸ ਤੇ ਇਲਾਹਾਬਾਦ। ਇਹਨੂੰ ਆਪਾਂ ਚੇਨਈ ਦੇ ਨਾਮ ਨਾਲ ਜਾਣਦੇ ਆ ਤੇ ਇਹਦਾ ਨਾਮ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਪਹਿਲੀ ਬੈਠਕ, ਤਾਂ ਇਹ ਤੁਸੀਂ ਵਾਰ-ਵਾਰ ਮੈਂ ਕਹਿ ਰਿਹਾ ਕਿ ਯਾਦ ਰੱਖਣਾ ਕਿ ਇਹਦੇ ਕਿੰਨੇ ਮੈਂਬਰ ਸਨ? 72 ਮੈਂਬਰ ਸਨ। ਠੀਕ ਹੈ ਜੀ। ਹਾਂਜੀ, ਇਹ ਆਪਣੇ ਜੋ ਈਵਨਿੰਗ ਬੈਚ ਸ਼ੁਰੂ ਹੋ ਰਿਹਾ 6 ਨਵੰਬਰ ਤੋਂ, ਇਹ ਤੁਸੀਂ ਯਾਦ ਰੱਖਣਾ ਪੀਐਸ ਟੈਟ 1 ਤੇ ਪੀਐਸ ਟੈਟ 2 ਦਾ। ਪੀਐਸ ਟੈਟ 1 ਤੇ ਪੀਐਸ ਟੈਟ ਦੇ 2 ਦੇ ਬੈਚ ਕਦੋਂ ਸ਼ੁਰੂ ਹੋ ਰਹੇ ਨੇ? 6 ਨਵੰਬਰ ਤੋਂ। ਟਾਈਮਿੰਗ ਕੀ ਹੈ? ਈਵਨਿੰਗ 2 PM। ਹਾਂਜੀ, ਮਹਾਤਮਾ ਗਾਂਧੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਆਕਸ਼ ਕਿਹੜੇ ਸਾਲ ਬਣੇ ਸਨ? ਠੀਕ ਹੈ, ਰਹੇ ਜਾਂ ਬਣੇ, ਕਿਹੜੇ ਸਾਲ ਅਧਿਆਕਸ਼ ਬਣੇ ਸਨ? ਤਾਂ ਉਹ 1924 ਦੇ ਵਿੱਚ ਬਣੇ ਸੀਗੇ। ਇੱਕੋ ਵਾਰ ਅਧਿਆਕਸ਼ਤਾ ਕੀਤੀ ਸੀਗੀ ਬੇਲਗਾਉਂ ਕਰਨਾਟਕ, ਬੇਲਗਾਉਂ ਕਰਨਾਟਕ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਕਿ ਮਹਾਤਮਾ ਗਾਂਧੀ ਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਵਾਰ ਅਧਿਆਕਸ਼ ਬਣੇ ਸੀਗੇ ਜਦੋਂ ਅਧਿਵੇਸ਼ਨ ਹੋਇਆ ਸੀਗਾ ਬੇਲਗਾਉਂ ਕਰਨਾਟਕ ਦੇ ਵਿੱਚ। ਤੇ ਆ 1917 ਦੇ ਵਿੱਚ ਕੌਣ ਬਣੀ ਸੀ? ਐਨੀ ਬੈਸੈਂਟ। ਐਨੀ ਬੈਸੈਂਟ ਪਹਿਲੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਮਹਿਲਾ ਸੀ। ਉਸ ਤੋਂ ਬਾਅਦ 1925 ਦੇ ਵਿੱਚ ਪਹਿਲੀ ਭਾਰਤੀ ਮੂਲ ਦੀ ਮਹਿਲਾ ਔਰਤ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਧਿਆਕਸ਼। ਦੇਖੋ, ਪਹਿਲੀ ਮਹਿਲਾ ਪੁੱਛੇ ਤਾਂ ਐਨੀ ਬੈਸੈਂਟ, ਅਗਰ ਪਹਿਲੀ ਭਾਰਤੀ ਔਰਤ ਪੁੱਛਣ ਤਾਂ ਉਹ ਸੀ ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਇਹ ਕਦੋਂ ਬਣੇ ਸੀਗੇ? ਇਹ ਬਣੇ ਸੀਗੇ ਆਪਣੇ 1925 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ। ਐਨੀ ਬੈਸੈਂਟ 1917 ਚ ਤੇ ਸਰੋਜਨੀ ਨਾਇਡੂ ਬਣੇ ਸੀਗੇ 1925 ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 1918 ਦੇ ਵਿੱਚ ਮਹਾਤਮਾ ਗਾਂਧੀ ਜੀ ਦੇ 2 ਅੰਦੋਲਨ ਸੀਗੇ। ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸੀਗਾ 1917 ਚੰਪਾਰਣ ਵਿਦਰੋਹ, ਜੋ ਨੀਲ ਦੀ ਖੇਤੀ ਦੇ ਵਿਰੁੱਧ ਸੀਗਾ। ਉਸ ਤੋਂ ਬਾਅਦ 1918 ਦੇ ਵਿੱਚ ਇੱਕ ਸੀਗਾ ਖੇੜਾ ਤੇ ਦੂਜਾ ਸੀਗਾ ਅਹਿਮਦਾਬਾਦ ਮਿਲ ਮਜ਼ਦੂਰ ਅੰਦੋਲਨ। ਇਹ ਥੋੜਾ ਜਿਹਾ ਹਿਸਟਰੀ ਦੇ ਕੁਐਸਚਨ ਨੇ, ਇਹ ਆਪਾਂ ਹਿਸਟਰੀ ਵਾਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ, ਲੇਕਿਨ ਇਹ ਡੇਟਸ 1918 ਦਾ ਸਨ ਲਿਖਿਆ ਆ ਗਿਆ ਤੇ ਇਹ ਮੈਂ ਤੁਹਾਨੂੰ ਥੋੜਾ ਜਿਹਾ ਦੱਸਤਾ ਕਿ ਇੱਕ ਖੇੜਾ ਅੰਦੋਲਨ ਤੇ ਇੱਕ ਕਿਹੜਾ ਸੀਗਾ ਆਪਣੇ ਅਹਿਮਦਾਬਾਦ ਮਿਲ ਮਜ਼ਦੂਰ ਅੰਦੋਲਨ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਸੰਵਿਧਾਨ ਸਭਾ ਦੀ ਪਹਿਲੀ ਬੈਠਕ। ਦੇਖੋ ਜੀ, ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਸੰਵਿਧਾਨ ਸਭਾ ਦੇ ਵਿੱਚ ਕਿੰਨੇ ਮੈਂਬਰ ਸੀਗੇ। ਕੁਐਸਚਨ ਕੀ ਹੈ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਵਿੱਚ ਕਿੰਨੇ ਮੈਂਬਰਾਂ ਨੇ ਭਾਗ ਲਿਆ ਸੀਗਾ। ਤਾਂ ਹੁਣ ਇੱਥੇ ਆਪਣੇ ਕੋਲੇ 284, 208, 299 ਤੇ 211 ਦਿੱਤਾ ਹੋਇਆ। ਤਾਂ ਇਹਦੇ ਵਿੱਚੋਂ ਰਾਈਟ ਆਨਸਰ ਕੀ ਹੈ? 208। ਅਗਰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੀ ਗੱਲ ਕੀਤੀ ਜਾਵੇ ਜੋ ਕਿ ਸੀਗੀ 9 ਦਸੰਬਰ 1946 ਪਹਿਲੀ ਬੈਠਕ, ਜਿਹਦੇ ਵਿੱਚ ਡਾਕਟਰ ਸਚਿਦਾਨੰਦ ਸਿਨਹਾ ਨੂੰ, ਸਭ ਤੋਂ ਬਜ਼ੁਰਗ ਵਿਅਕਤੀ ਸਨ ਸੰਵਿਧਾਨ ਸਭਾ ਦੇ ਵਿੱਚ, ਜਿਨ੍ਹਾਂ ਨੂੰ ਸੰਵਿਧਾਨ ਸਭਾ ਦਾ ਫਰਾਂਸ ਦੀ ਪਰੰਪਰਾ ਤੇ ਜੇ ਕੁਐਸਚਨ ਆ ਜੇ ਕਿ ਡਾਕਟਰ ਸਚਿਦਾਨੰਦ ਸਿਨਹਾ ਨੂੰ ਵੱਡੀ ਉਮਰ ਦੇ ਤੌਰ ਤੇ ਜੋ ਸੰਵਿਧਾਨ ਸਭਾ ਦਾ ਇੱਕ ਅਸਥਾਈ ਅਧਿਆਕਸ਼ ਬਣਾਇਆ ਗਿਆ ਸੀਗਾ, ਉਹ ਕਿਹੜੇ ਦੇਸ਼ ਦੀ ਪਰੰਪਰਾ ਤੇ ਹੈ? ਤਾਂ ਫਰਾਂਸ ਦੇਸ਼ ਦੀ ਪਰੰਪਰਾ ਤੇ ਬਣਾਇਆ ਗਿਆ ਸੀਗਾ। ਇਹ ਪਹਿਲੀ ਬੈਠਕ ਦੇ ਵਿੱਚ 208। ਹੁਣ ਕਿਤੇ ਕਿਤੇ 211 ਵੀ ਲਿਖਿਆ ਹੁੰਦਾ। ਦੇਖੋ 211 ਅਗਰ ਪਹਿਲਾ ਸਤਰ ਪੁੱਛਣ ਨਾ ਕਿ ਜੋ 9 ਦਸੰਬਰ ਤੋਂ ਲੈ ਕੇ 9 ਦਸੰਬਰ 1946 ਤੋਂ ਲੈ ਕੇ ਇਹ ਆਪਣੇ 24 ਅਗਸਤ ਤੱਕ ਚੱਲਿਆ ਸੀਗਾ, ਕਿ ਇਹ ਪਹਿਲੇ ਸਤਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਟੋਟਲ 211 ਮੈਂਬਰਾਂ ਨੇ ਭਾਗ ਲਿਆ ਸੀਗਾ। ਹੁਣ ਇਹਦੇ ਵਿੱਚੋਂ 299 ਦਾ ਆંકੜਾ ਉਦੋਂ ਰਹਿ ਗਿਆ ਸੀਗਾ 15 ਅਗਸਤ 1947 ਨੂੰ, ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਸੀ। ਤੇ 284 ਨੇ ਸੰਵਿਧਾਨ ਸਭਾ ਤੇ ਕੀ ਕੀਤੇ ਸੀਗੇ? ਸਾਈਨ ਕੀਤੇ ਸੀਗੇ
ਤੁਹਾਨੂੰ ਪੁੱਛਿਆ ਜਾਵੇ ਕਿ ਸੰਵਿਧਾਨ ਸਭਾ ਤੇ ਕਿੰਨੇ ਮੈਂਬਰਾਂ ਨੇ ਹਸਤਾਖਰ ਕੀਤੇ ਸਨ, ਸਾਈਨ ਕੀਤੇ ਸਨ, ਤਾਂ ਇਹ 284 ਮੈਂਬਰਾਂ ਨੇ ਕੀਤੇ ਸੀਗੇ। ਠੀਕ ਹੈ ਜੀ। ਹਾਂਜੀ, ਸੰਵਿਧਾਨ ਸਭਾ ਵਿੱਚ ਔਰਤਾਂ ਵੂਮੈਨ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਸੰਵਿਧਾਨ ਸਭਾ ਦੇ ਵਿੱਚ? 26, 33, 15 ਤੇ 9। ਹਾਂਜੀ, ਬਹੁਤ ਜ਼ਬਰਦਸਤ ਕੁਐਸਚਨ ਹੈ ਕਿ ਸੰਵਿਧਾਨ ਸਭਾ ਦੇ ਵਿੱਚ ਔਰਤਾਂ ਦੀ ਗਿਣਤੀ ਕਿੰਨੀ ਸੀਗੀ। ਹੁਣ ਇਹਦੇ ਵਿੱਚ ਜੋ 26 ਦਿੱਤਾ ਹੋਇਆ ਹੈ, ਇਹ 26 ਕੀ ਸੀਗੀ? ਅਨੁਸੂਚਿਤ ਜਾਤੀ ਦੇ ਮੈਂਬਰਾਂ ਦੀ ਗਿਣਤੀ ਸੀਗੀ। ਤੇ 33 ਅਨੁਸੂਚਿਤ ਜਨਜਾਤੀ। ਇਹ ਕੀ ਆ? ਅਨੁਸੂਚਿਤ ਜਾਤੀ। ਤੇ ਇਹ ਕੀ ਆ? ਅਨੁਸੂਚਿਤ ਜਨਜਾਤੀ। ਇਹ ਵੀ ਤੁਸੀਂ ਨੋਟ ਰੱਖਣਾ ਕਿ ਇਹ ਕਈ ਵਾਰ ਕੁਐਸਚਨ ਪੁੱਛਿਆ ਗਿਆ ਕਿ ਸੰਵਿਧਾਨ ਸਭਾ ਦੇ ਕੁੱਲ 399 ਮੈਂਬਰ ਸਨ, ਜਿਨ੍ਹਾਂ ਨੂੰ ਆਪਾਂ ਮੋٹے ਤੌਰ ਦੇ ਉੱਤੇ ਸਮਝਿਆ ਸੀ। ਆ ਦੇਖੋ 399 ਮੈਂਬਰ ਸੀਗੇ। 399 ਦੇ ਵਿੱਚੋਂ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਦੇ ਵਿੱਚ ਇਹ 4 ਕੀ ਸੀਗੇ? ਚੀਫ ਕਮਿਸ਼ਨਰ ਪ੍ਰਾਂਤ, ਚੀਫ ਕਮਿਸ਼ਨਰ ਪ੍ਰਾਂਤ, ਕਮਿਸ਼ਨਰ ਪ੍ਰਾਂਤ ਸਨ। ਤੇ ਇਸ ਤੋਂ ਬਾਅਦ 93 ਮੈਂਬਰ ਦੇਸੀ ਰਿਆਸਤਾਂ, ਦੇਸੀ ਰਿਆਸਤਾਂ ਤੇ ਬ੍ਰਿਟਿਸ਼ ਭਾਰਤ, ਬ੍ਰਿਟਿਸ਼ ਭਾਰਤ। ਇਹ ਸੀਗੇ ਜੀ ਆਪਣੇ 292 ਤੇ 4 ਚੀਫ ਕਮਿਸ਼ਨਰੀ ਪ੍ਰਾਂਤ, ਜਿਹਨੂੰ ਮੈਂ ਤੁਹਾਨੂੰ A, B, C ਤੇ D ਦੇ ਨਾਲ ਦੱਸਿਆ ਸੀ। A ਤੇ ਅਜਮੇਰ, B ਤੇ ਬਲੋਚਿਸਤਾਨ ਜੋ ਅੱਜ ਭਾਰਤ ਦੇ ਵਿੱਚ ਨਹੀਂ ਹੈ, C ਤੇ ਕੁਰਗ ਕਰਨਾਟਕ, D ਤੇ ਦਿੱਲੀ। ਇਹ 4 ਕਮਿਸ਼ਨਰੀ ਪ੍ਰਾਂਤ ਸਨ। ਹੁਣ 399 ਦੇ ਵਿੱਚੋਂ ਮਹਿਲਾ ਦੀ ਗਿਣਤੀ ਪੁੱਛੀ ਆ। 399 ਦੇ ਵਿੱਚੋਂ ਦੇਖੋ ਜੇ ਬ੍ਰਿਟਿਸ਼ ਭਾਰਤ ਦੇ ਮੈਂਬਰ ਪੁੱਛੇ ਜਾਣ, ਕਿੰਨੇ ਕੁਐਸਚਨ ਬਣ ਰਹੇ ਨੇ ਇੱਕ ਕੁਐਸਚਨ ਤੋਂ? ਬ੍ਰਿਟਿਸ਼ ਭਾਰਤ ਦੇ 292 ਮੈਂਬਰ ਸਨ। ਅਗਰ ਨਾਲ ਟੋਟਲ ਵਰਡ ਕੁੱਲ ਲਿਖਿਆ ਆ ਗਿਆ, ਦੇਖੋ ਸਾਰੀ ਸ਼ਬਦਾਂ ਦੀ ਖੇਡ ਆ। ਠੀਕ ਹੈ ਜੀ। ਜੇ ਉਹਨਾਂ ਨੇ ਪੁੱਛ ਲਿਆ ਵੀ ਕੁੱਲ ਬ੍ਰਿਟਿਸ਼ ਭਾਰਤ ਤੋਂ ਕਿੰਨੇ ਮੈਂਬਰ ਸਨ, ਤਾਂ 4 ਚੀਫ ਕਮਿਸ਼ਨਰੀ ਪ੍ਰਾਂਤ ਜੋ ਵੀ ਅੱਜ ਆਪਣੇ ਦੇਸ਼ 'ਚ ਯੂਟੀ ਆ, ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਉਸੇ ਤਰ੍ਹਾਂ ਉਸ ਟਾਈਮ ਦੇ ਵਿੱਚ ਇਹ 4 ਚੀਫ ਕਮਿਸ਼ਨਰੀ ਪ੍ਰਾਂਤ ਸਨ। ਚਾਰੇ ਮੈਂ ਤੁਹਾਨੂੰ ਦੱਸਤਾ ਵੀ ਕਈ ਵਾਰ ਕੁਐਸਚਨ ਦੇ ਵਿੱਚ ਇਹਨਾਂ ਚੋਂ 3 ਆਪਸ਼ਨਾਂ ਦੇ ਦੇਗਾ, ਚੌਥੀ ਆਪਸ਼ਨ ਜਿਹੜੀ ਨਹੀਂ ਹੋਵੇਗੀ, ਪੁੱਛਿਆ ਜਾਵੇਗਾ ਕਿ ਇਹਨਾਂ ਵਿੱਚੋਂ ਕਿਹੜਾ ਸੰਵਿਧਾਨ ਸਭਾ ਦੇ ਵਿੱਚ ਉਸ ਸਮੇਂ ਚੀਫ ਕਮਿਸ਼ਨਰ ਪ੍ਰਾਂਤ ਦੇ ਵਿੱਚ ਸ਼ਾਮਿਲ ਨਹੀਂ ਸੀਗਾ। ਜਿਵੇਂ ਆਪਾਂ ਨੂੰ ਆਪਸ਼ਨ ਦਿੱਤਾ ਉਹਨਾਂ ਨੇ ਦਿੱਲੀ, ਅਜਮੇਰ, ਕੁਰਗ ਤੇ ਜੈਪੁਰ। ਹੁਣ ਆਪਾਂ ਨੂੰ ਪਤਾ ਕਿ ਜੈਪੁਰ ਚੀਫ ਕਮਿਸ਼ਨਰੀ ਪ੍ਰਾਂਤ ਨਹੀਂ ਸੀਗਾ। ਇਸ ਤਰ੍ਹਾਂ ਤੁਸੀਂ ਧਿਆਨ ਰੱਖਣਾ। ਹੁਣ 399 ਦੇ ਵਿੱਚੋਂ ਅਨੁਸੂਚਿਤ ਜਾਤੀ ਦੇ ਮੈਂਬਰ ਕਿੰਨੇ ਸਨ? 26। ਅਨੁਸੂਚਿਤ ਜਨਜਾਤੀ ਦੇ ਮੈਂਬਰ ਕਿੰਨੇ ਸਨ? 33। ਤੇ ਉਸ ਤੋਂ ਬਾਅਦ ਮੈਂ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਦੀ ਕੁੱਲ ਗਿਣਤੀ ਕਿੰਨੀ ਸੀਗੀ? 15 ਸੀ। ਤੇ ਇਹਨਾਂ ਵਿੱਚੋਂ ਇੱਕ ਮੁਸਲਿਮ ਮਹਿਲਾ ਸੀਗੀ। ਇੱਕ ਮੁਸਲਿਮ ਵੂਮੈਨ ਸੀਗੀ, ਅਯਾਜ਼ ਰਸੂਲ। ਅਯਾਜ਼ ਰਸੂਲ। ਇਹ ਤੁਸੀਂ ਯਾਦ ਰੱਖਣਾ ਕਿ ਅਯਾਜ਼ ਰਸੂਲ ਇੱਕੋ ਇੱਕ ਮੁਸਲਿਮ ਮਹਿਲਾ ਸੀ। ਹੁਣ ਜੋ ਆਪਣੇ ਕੋਲੇ 9 ਬਚ ਗਿਆ, ਪਹਿਲੀ ਸੰਵਿਧਾਨ ਸਭਾ ਦੀ ਬੈਠਕ ਦੇ ਵਿੱਚ 9 ਮਹਿਲਾ ਨੇ ਭਾਗ ਲਿਆ ਸੀਗਾ। ਕੁੱਲ ਕਿੰਨੀਆਂ ਸੀਗੀਆਂ? 399 ਦੇ ਵਿੱਚ ਤਾਂ 15 ਸੰਵਿਧਾਨ ਸਭਾ ਦੇ ਵਿੱਚ ਔਰਤਾਂ ਦੀ ਗਿਣਤੀ ਸੀ, ਜਿਨ੍ਹਾਂ ਵਿੱਚੋਂ ਪਹਿਲੀ ਬੈਠਕ ਦੇ ਵਿੱਚ 9 ਨੇ ਭਾਗ ਲਿਆ ਸੀਗਾ। 9 ਔਰਤਾਂ ਨੇ ਭਾਗ ਲਿਆ ਸੀਗਾ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਕਿ 93 ਦੇਸੀ ਰਿਆਸਤਾਂ ਸਨ, 4 ਚੀਫ ਕਮਿਸ਼ਨਰੀ ਪ੍ਰਾਂਤ ਸਨ। ਇਹਦੇ ਤੋਂ ਆਪਣੇ ਕਿੰਨੇ ਹੀ ਕੁਐਸਚਨ ਬਣਦੇ ਨੇ? 10 ਤੋਂ 12 ਇਸ 399 ਵਾਲੇ ਆંકੜੇ ਤੋਂ ਕੁਐਸਚਨ ਬਣ ਰਹੇ ਨੇ ਕਿ ਇਹ ਜਿਹੜੇ ਨਿਰਵਾਚਿਤ ਸਨ ਉਹ 292 ਪਲੱਸ 4 ਸਨ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਕਿ ਇਹ ਟੋਟਲ 10 ਲੱਖ ਦੀ ਜਨਸੰਖਿਆ ਤੇ ਇੱਕ ਪ੍ਰਤੀਨਿਧੀ ਸੀਗਾ। ਉਸ ਸਮੇਂ ਭਾਰਤ ਦੀ ਲਗਭਗ ਜਨਸੰਖਿਆ 40 ਕਰੋੜ ਸੀਗੀ। ਠੀਕ ਹੈ ਜੀ। 10 ਲੱਖ ਜਨਸੰਖਿਆ ਤੇ ਇੱਕ ਪ੍ਰਤੀਨਿਧੀ ਚੁਣਿਆ ਗਿਆ ਸੀਗਾ। ਹਾਂਜੀ, BN ਰਾਓ, ਬੈਨੇਗਲ ਨਰਸਿੰਘ ਰਾਓ ਨੂੰ ਸੰਵਿਧਾਨ ਸਭਾ ਦਾ BN ਰਾਓ ਨੂੰ
ਇੱਥੇ ਨੂੰ ਆਏਗਾ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕਦੋਂ ਬਣਾਇਆ ਗਿਆ ਸੀਗਾ? ਇਹਨਾਂ ਨੂੰ 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੇ ਵਿੱਚ ਦੋ ਮੇਨ ਕੰਮ ਹੋਏ ਸੀਗੇ। ਇੱਕ ਤਾਂ ਸੀਗਾ ਕਿ BN ਰਾਓ ਜਿਨ੍ਹਾਂ ਨੂੰ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਤੇ ਦੂਸਰਾ ਮੇਨ ਕੰਮ ਕੀ ਸੀਗਾ ਕਿ ਇਸ ਦਿਨ ਡਾਕਟਰ ਰਾਜਿੰਦਰ ਪ੍ਰਸਾਦ ਜੀ ਕੀ ਬਣੇ ਸੀਗੇ? ਸੰਵਿਧਾਨ ਸਭਾ ਦੇ ਸਥਾਈ ਅਧਿਅਕਸ਼ ਨਿਯੁਕਤ ਕੀਤਾ ਗਿਆ ਸੀਗਾ। ਹਾਂਜੀ, ਧਿਆਨ 'ਚ ਰੱਖਿਆ ਜੇ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ ਵਾਲੀ ਤੇ ਦੂਜੀ ਬੈਠਕ 11 ਦਸੰਬਰ ਵਾਲੀ ਵੈਰੀ ਮੋਸਟ ਇੰਪੋਰਟੈਂਟ ਹੈ। ਠੀਕ ਹੈ ਜੀ। ਤੇ 13 ਦਸੰਬਰ ਵਾਲੀ ਵੀ, ਕਿਉਂਕਿ 13 ਦਸੰਬਰ ਨੂੰ ਜੋ ਤੀਸਰੀ ਬੈਠਕ ਸੀ ਉਹਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਸੰਵਿਧਾਨ ਦਾ ਉਦੇਸ਼ ਪ੍ਰਸਤਾਵ ਰੱਖਦੇ ਨੇ, ਤੇ 11 ਦਸੰਬਰ ਨੂੰ ਡਾਕਟਰ ਰਾਜਿੰਦਰ ਪ੍ਰਸਾਦ ਜੀ ਸੰਵਿਧਾਨ ਸਭਾ ਦੇ ਸਥਾਈ ਅਧਿਅਕਸ਼ ਬਣੇ ਸੀ, ਤੇ 11 ਦਸੰਬਰ ਨੂੰ ਹੀ BN ਰਾਓ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦਾ ਪ੍ਰੂਫ ਤਿਆਰ ਕੀਤਾ ਸੀ, ਭਾਰਤ ਦੀ ਪ੍ਰੂਫ ਸਮਿਤੀ ਜੋ ਸੀਗੀ ਸੰਵਿਧਾਨ ਸਭਾ ਦੀ ਜੋ ਪ੍ਰੂਫ ਸਮਿਤੀ ਸੀ ਉਹਦੇ ਅਧਿਅਕਸ਼ ਵੀ ਕੌਣ ਸਨ? BN। ਇਹਨਾਂ ਨੇ ਜੋ ਸੰਵਿਧਾਨ ਦਾ ਪ੍ਰੂਫ ਤਿਆਰ ਕੀਤਾ ਤੇ ਸੰਵਿਧਾਨ ਦੇ ਕੀ ਸੀਗੇ? ਇਹ ਪ੍ਰੂਫ ਸਮਿਤੀ ਦਾ ਜਿਨ੍ਹਾਂ ਨੇ ਪ੍ਰੂਫ ਤਿਆਰ ਕੀਤਾ ਤੇ ਅਧਿਅਕਸ਼ ਸੀਗੇ ਡਾਕਟਰ ਭੀਮ ਰਾਓ ਅੰਬੇਦਕਰ। ਇਸ ਪ੍ਰੂਫ ਸਮਿਤੀ ਨੂੰ ਪਾਂਡੂ ਲੇਖਨ ਸਮਿਤੀ ਤੇ ਡਰਾਫਟ ਕਮੇਟੀ ਤੇ ਖਰੜਾ ਕਮੇਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਹਦੇ ਕੁੱਲ ਮੈਂਬਰ ਕਿੰਨੇ ਸਨ? 7 ਸਨ। ਠੀਕ ਹੈ ਜੀ। ਤੇ BN ਰਾਓ ਨੇ ਕਿਹਾ ਸੀਗਾ ਕਿ ਸੰਵਿਧਾਨ ਸਭਾ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਸਭ ਤੋਂ ਪਹਿਲਾਂ ਬੰਬੇ ਤੋਂ ਚੁਣਾਵ ਲੜੇ ਸਨ, ਜਿੱਥੋਂ ਕਿ ਚੁਣਾਵ ਹਾਰ ਗਏ। ਫਿਰ ਮੁਸਲਿਮ ਲੀਗ ਦੀ ਸਹਾਇਤਾ ਨਾਲ ਡਾਕਟਰ ਭੀਮ ਰਾਓ ਅੰਬੇਦਕਰ ਜੀ ਪੱਛਮੀ ਬੰਗਾਲ ਤੋਂ ਚੁਣਾਵ ਲੜੇ, ਤੇ ਉਹ ਜਿਹੜਾ ਪਾਕਿਸਤਾਨ ਭਾਰਤ ਦੀ ਵੰਡ ਸਮੇਂ ਉਹ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ, ਉਹਨਾਂ ਦੀ ਸੀਟ ਫਿਰ ਖਾਲੀ ਹੋ ਗਈ। ਫਿਰ BN ਰਾਓ ਨੇ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਕਿਹਾ ਕਿ ਕਿਉਂਕਿ ਡਾਕਟਰ ਰਾਜਿੰਦਰ ਪ੍ਰਸਾਦ ਜੀ ਉਸ ਟਾਈਮ ਤੇ ਸੰਵਿਧਾਨ ਸਭਾ ਦੇ ਸੰਵਿਧਾਨਿਕ ਕੀ ਸਨ? ਸਥਾਈ ਅਧਿਅਕਸ਼ ਸਨ। ਉਸ ਸਮੇਂ ਇੱਕ ਬੰਬੇ ਦੇ ਵਿੱਚ ਸਥਾਨ ਸੀਗਾ, ਬੰਬੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਉਸ ਟਾਈਮ ਤੇ ਪਦ ਹੋਇਆ ਕਰਦਾ ਸੀਗਾ, ਉਸ ਪਦ ਤੇ ਸਨ BG ਖੈਰ। ਉਹਨਾਂ ਦੀ ਸੀਟ ਖਾਲੀ ਕਰਵਾ ਕੇ ਉੱਥੋਂ ਕੀ ਸੀਗਾ ਨਿਯੁਕਤ ਕੀਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ, ਤੇ ਸੰਵਿਧਾਨ ਸਭਾ ਦੇ ਵਿੱਚ ਮੈਂਬਰ ਦੇ ਤੌਰ ਤੇ ਨਿਯੁਕਤ ਕੀਤਾ ਸੀਗਾ। ਡਾਕਟਰ BN ਰਾਓ ਸੰਵਿਧਾਨ ਸਭਾ ਦੇ ਮੈਂਬਰ ਨਾ ਹੋਣ ਤੇ ਵੀ ਇਹਨਾਂ ਦਾ ਸੰਵਿਧਾਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀਗਾ। ਡਾਕਟਰ BN ਰਾਓ ਇਹ ਕੀ ਸਨ? ਭਾਰਤੀ ਪਹਿਲੇ ਅੰਤਰਰਾਸ਼ਟਰੀ ਨਿਆਲਿਆ ਦੇ ਪਹਿਲੇ ਜੱਜ ਵੀ ਨਿਯੁਕਤ ਸਨ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਬਰਮਾ ਦਾ ਸੰਵਿਧਾਨ ਲਿਖਣ ਵਿੱਚ ਵੀ, ਡਾਕਟਰ BN ਰਾਓ ਦਾ। ਠੀਕ ਹੈ ਜੀ। ਤੇ ਡਾਕਟਰ ਭੀਮ ਰਾਓ ਅੰਬੇਦਕਰ ਜਿਨ੍ਹਾਂ ਨੂੰ ਆਪਾਂ ਸੰਵਿਧਾਨ ਦਾ ਜਨਕ ਤੇ ਜਨਨੀ ਦੋਵੇਂ ਬੋਲਦੇ ਆ, ਇਹਨਾਂ ਦਾ ਸੰਵਿਧਾਨ ਦੇ ਵਿੱਚ ਜਦੋਂ ਸੰਵਿਧਾਨ ਸਭਾ ਦੇ ਵਿੱਚ ਸ਼ਾਮਿਲ ਹੋਏ ਤਾਂ ਇੱਕ ਪਾਇਲਟ ਦੀ ਤਰ੍ਹਾਂ ਕੰਮ ਕੀਤਾ। ਬਹੁਤ ਵੱਡਾ ਯੋਗਦਾਨ ਸੀਗਾ ਸੰਵਿਧਾਨ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ, ਜਿਨ੍ਹਾਂ ਦਾ ਅੱਜ ਵੀ ਜੋ ਨਾਮ ਹੈ ਆਪਣੇ ਦੇਸ਼ ਦੇ ਵਿੱਚ ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬੜੇ ਸਤਿਕਾਰ ਤੇ ਆਦਰ ਦੇ ਨਾਮ ਨਾਲ ਲਿਆ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਜਿਨ੍ਹਾਂ ਨੂੰ ਸੰਵਿਧਾਨ ਦਾ ਜਨਕ ਤੇ ਸੰਵਿਧਾਨ ਦੀ ਜਨਨੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 13 ਦਸੰਬਰ ਨੂੰ ਸੰਵਿਧਾਨ ਸਭਾ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਦੇਸ਼ ਪ੍ਰਸਤਾਵ ਪਾਰਿਤ ਕੀਤਾ ਸੀਗਾ, ਤੇ 9 ਦਸੰਬਰ ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਸੀਗੀ, ਤੇ ਉਸ ਤੋਂ ਬਾਅਦ 18 ਦਸੰਬਰ 1946। ਹਾਂਜੀ, ਅੱਜ ਦੇ ਆਪਣੇ ਇਹ 13 ਮੋਸਟ ਇੰਪੋਰਟੈਂਟ ਕੁਐਸਚਨ ਸੀਗੇ, ਜਿਹਦੇ ਵਿੱਚ ਸੰਵਿਧਾਨ ਦੇ ਇਤਿਹਾਸ ਦੇ ਰਿਲੇਟਿਡ ਤੇ ਸੰਵਿਧਾਨ ਦੀ ਪਹਿਲੀ ਬੈਠਕ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਿਲੇਟਿਡ ਫੈਕਟ ਸੀ ਇਹ, ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕੀਤੀ। ਤੇ ਹੁਣ ਆਪਾਂ ਸੈਕਿੰਡ ਆਪਣਾ ਜੋ MCQ ਦਾ ਪਾਰਟ ਲੈ ਕੇ ਆਵਾਂਗੇ। ਇਹ ਸੀਰੀਜ਼ ਆਪਾਂ ਲਗਾਤਾਰ ਕੰਟੀਨਿਊ ਰੱਖਾਂਗੇ। ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਕੁਐਸਚਨ ਕਿਵੇਂ ਲੱਗੇ। ਧੰਨਵਾਦ ਜੀ।